गावो सच्ची बाणी। आवो सिख सत। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਬ ਗੋਬਿੰਦ ਸੰਗੀ ਸਭ ਤਾਰੇ, ਪੋਤ ਨਾਹੀ ਪੰਚ ਬਟਵਾਰੇ। ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਭਲਾ ਸੋਈ ਜਨ ਪਾਏ। ਤਾਰਿਅਨ ਗ੍ਰੋਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਇਲਾਹੀ ਬਾਣੀ ਅੰਮ੍ਰਿਤ ਬਾਣੀ ਆਸ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਰਸ ਪ੍ਰਾਪਤ ਕੀਤਾ, ਉਪਰੰਤ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ। ਇਸ ਰਹਿਮਤ ਬਖਸ਼ਿਸ਼ ਕੀਤੀ। ਅੱਜ ਅੰਮ੍ਰਿਤ ਵੇਲੇ ਦਰਬਾਰ ਵਿੱਚ ਸਿੰਘਾਸਨ ਤੇ ਬਿਰਾਜਮਾਨ ਉਸ ਸਮੇਂ ਜੋ ਲਾਹੇ ਫਰਮਾਨ ਮੁਖ ਵਾਕ ਪਵਿੱਤਰ ਹੁਕਮਨਾਮੇ ਬਖਸ਼ੇ ਸ਼ਰਵਣ ਕੀਤੇ ਗਏ ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁਖ ਵਾਕ ਦੀ ਕਥਾ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਏਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨਾਲ ਜੁੜ ਕੇ ਇਸ ਮਨੁੱਖਾ ਜੀਵਨ ਨੂੰ ਹੋਰ ਕੀਮਤੀ ਅਤੇ ਸਚਿਆਰਿਆਂ ਬਣਾਉਣ ਲਈ ਉਦਮ ਉਪਰਾਲੇ ਕਰ ਰਹੇ ਹਾਂ। ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ,
ਮੁਬਾਰਕ ਮੁੱਖ ਵਾਕ ਦੇ ਪਾਠ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਅੱਜ ਦਾ ਇਹ ਪਾਵਨ ਮੁੱਖ ਵਾਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਰਾਗ ਸੂਹੀ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਕ 760 ਤੇ ਸੁਭਾਇਮਾਨ ਹੈ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਬਾਰਕ ਮੁੱਖ ਵਾਕ ਦੇ ਰਾਹੀਂ ਕੀ ਬਖਸ਼ਿਸ਼ ਸਾਡੇ ਜੀਵਾਂ ਤੇ ਕਰਦੇ ਹਨ। ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਬਣਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਮੁੱਖ ਵਾਕ ਦੇ ਰਾਹੀਂ ਬਖਸ਼ਿਸ਼ ਕਰਦਿਆਂ ਸਤਿਗੁਰੂ ਫਰਮਾਉਂਦੇ ਹਨ। ਰਾਗ ਸੂਹੀ ਮਹਲਾ ਪੰਜਵਾਂ ਘਰ ਤੀਜਾ। ਰਾਗ ਸੂਹੀ ਹੈ। ਮਹਲੇ ਪੰਜਵੇਂ ਤੋਂ ਭਾਵ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਬਾਰਕ ਸ਼ਬਦ। ਘਰ ਤੀਜੇ ਤੋਂ ਭਾਵ ਹੈ ਇਸ ਮੁਬਾਰਕ ਸ਼ਬਦ ਨੂੰ ਤੀਜੇ ਘਰ ਦੀ ਤਬਲੇ ਦੀ ਤਾਲ ਨਾਲ ਸੰਬੰਧਿਤ ਗਾਏ ਜਾਣ ਦੀ ਹਦਾਇਤ ਹੈ। ਅੱਗੇ ਸੰਖੇਪ ਰੂਪ ਵਿੱਚ ਮੰਗਲਾਚਰਨ ਹੈ। ਇੱਕ ਓੰਕਾਰ ਪਰਮਾਤਮਾ ਇੱਕ ਹੈ ਅਤੇ ਸਮੁੱਚੀ ਕੁਦਰਤ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਰਸ ਵਿਆਪਕ ਹੈ। ਸਤ ਤੋਂ ਭਾਵ ਹੈ ਸਦੀਵ ਕਾਲ ਹੋਂਦ ਵਾਲਾ। ਤੇ ਅੱਗੇ ਸਾਹਿਬ ਸਤਿਗੁਰੂ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਐਸੇ ਗੁਣੀ ਨਿਧਾਨ ਪਰਮਾਤਮਾ ਦੀ ਸਮਝ ਉਹਦੀ ਪ੍ਰਾਪਤੀ ਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਨਾਲ ਹੋ ਸਕਦੀ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਬਾਰਕ ਮੁੱਖ ਵਾਕ ਦੇ ਰਹਾਉ ਦੇ ਬੰਦ ਵਿੱਚ ਜ਼ਿਕਰ ਕਰਦਿਆਂ ਕਹਿੰਦੇ ਨੇ ਚਰਨ ਕਮਲ ਸ਼ਰਨਾਏ ਨਰਾਇਣ। ਇਹ ਇੱਕ ਬੇਨਤੀ, ਇੱਕ ਜੋਦੜੀ ਜਿਹੜੀ ਅੰਦਰ ਦੀ ਜਗਿਆਸਾ ਦੇ ਵਿੱਚੋਂ ਤੇ ਅੰਦਰ ਦੀ ਤਾਂਘ ਵਿੱਚੋਂ ਨਿਕਲੀ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਪੂਰੇ ਸ਼ਬਦ ਨੂੰ ਵੇਖਦੇ ਹਾਂ ਤੇ ਇਸ ਵਿੱਚ ਮਹਾਰਾਜ ਨੇ ਸੰਸਾਰ ਸਾਗਰ ਦੀਆਂ ਕਠਿਨਾਈਆਂ ਨੂੰ ਬਿਆਨ ਕੀਤਾ ਹੈ ਵੀ ਇੱਥੇ ਕੀ ਮੁਸ਼ਕਲਾਂ ਨੇ, ਕੀ ਔਖਿਆਈਆਂ ਨੇ, ਕਿਸ ਸਿਚੁਏਸ਼ਨ ਦੇ ਵਿੱਚ ਅਸੀਂ ਜੀਵਨ ਜੀ ਰਹੇ ਹਾਂ। ਇਹਨਾਂ ਮੁਸ਼ਕਲਾਂ, ਇਹਨਾਂ ਕਠਿਨਾਈਆਂ ਦੇ ਵਿੱਚੋਂ ਨਿਕਲਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਹਿੰਦੇ ਨੇ ਚਰਨ ਕਮਲ ਸ਼ਰਨਾਏ ਨਰਾਇਣ। ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ। ਨਰਾਇਣ ਦਾ ਮਤਲਬ ਹੈ ਸਮੁੱਚੀ ਕੁਦਰਤ ਵਿੱਚ ਵਿਆਪਕ ਇੱਕ ਰਸ ਅਕਾਲ ਪੁਰਖ ਵਾਹਿਗੁਰੂ। ਯਾਦ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪਰਮਾਤਮਾ ਦਾ ਜਿਹੜਾ ਤਸੱਵਰ ਬਿਆਨ ਕੀਤਾ ਹੈ ਮਹਾਨ ਪੁਰਖਾਂ ਨੇ ਸਤਿਗੁਰੂ ਜੀ ਦੀ ਸਮੁੱਚੀ ਬਾਣੀ ਦੇ ਵਿੱਚ, ਉਹ ਅਕਾਲ ਪੁਰਖ ਵਾਹਿਗੁਰੂ ਹੈ ਜੋਤ ਰੂਪ, ਸੱਤਾ ਰੂਪ, ਗੁਣਾ ਦਾ ਖਜ਼ਾਨਾ, ਗੁਣੀ ਨਿਧਾਨ ਅਕਾਲ ਪੁਰਖ ਵਾਹਿਗੁਰੂ ਹੈ। ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨੂੰ ਸਤਿਗੁਰੂ ਜਦੋਂ ਬਿਆਨ ਕਰਨਗੇ ਤੇ ਕਹਿਣਗੇ ਤੂੰ ਅਗੋਚਰ ਹੈ, ਤੂੰ ਅਗੰਮ ਹੈ। ਅਗੋਚਰ ਦਾ ਮਤਲਬ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਸ਼ਬਦ ਵਰਤੇ ਵੀ ਤੂੰ ਅਗੋਚਰ ਹੈ, ਤੂੰ ਅਗੰਮ ਹੈ, ਤੂੰ ਗੁਣੀ ਨਿਧਾਨ ਹੈ, ਤੂੰ ਅਨੂਪਮ ਹੈ, ਤੇ ਫਿਰ ਇਹ ਸਵਾਲ ਤੇ ਆਪਣੇ ਆਪ ਹੀ ਖਤਮ ਹੋ ਜਾਏਗਾ ਵੀ ਉਸ ਪਰਮਾਤਮਾ ਦਾ ਕੋਈ ਫਿਜ਼ੀਕਲੀ ਸਟਰਕਚਰ ਢਾਂਚਾ ਵੀ ਹੈ ਸਾਡੇ ਵਾਂਗ, ਕਿਉਂਕਿ ਜਦੋਂ ਅਗੋਚਰ ਹੀ ਹੋ ਗਿਆ, ਨਿਰਾਕਾਰ ਹੀ ਹੋ ਗਿਆ, ਫਿਰ ਉਹਦਾ ਆਕਾਰ ਕਿੱਥੋਂ ਆਏਗਾ? ਫਿਰ ਉਹਦਾ ਕੋਈ ਆਕਾਰ ਨਹੀਂ, ਕਿਉਂਕਿ ਉਹ ਜੋਤ ਰੂਪ ਹੈ, ਉਹ ਸੱਤਾ ਰੂਪ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਆਖਿਆ ਆਪਣੀ ਪਾਵਨ ਬਾਣੀ ਸੁਖਮਨੀ ਸਾਹਿਬ ਚ ਕਰਨਗੇ ਤੇ ਹਜ਼ੂਰ ਕਹਿਣਗੇ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਫਿਜ਼ੀਕਲੀ ਆਕਾਰ ਨਹੀਂ ਹੈਗਾ, ਕੋਈ ਰੂਪ ਰੰਗ ਰੇਖ ਕੁਝ ਵੀ ਨਹੀਂ ਹੈਗਾ ਉਹਦਾ। ਇਸੇ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਰਤੇ ਪੁਰਖ ਵਾਹਿਗੁਰੂ ਦੀ ਤਸ਼ਬੀਹ ਦਿੰਦੇ ਨੇ ਤੇ ਫੁੱਲ ਨਾਲ ਨਹੀਂ ਦਿੰਦੇ। ਫੁੱਲ ਦੇ ਵਿੱਚ ਜਿਹੜੀ ਸੁਗੰਧੀ ਹੈ ਮਕਰੰਦ ਹੈ ਉਹਦੇ ਨਾਲ ਦੇਣਗੇ ਤੇ ਹਜ਼ੂਰ ਕਹਿਣਗੇ ਪੋਹ ਭਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ।
ਜੈਸੇ ਛਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੋਵੇ, ਹੇ ਅਕਾਲ ਪੁਰਖ ਵਾਹਿਗੁਰੂ ਤਿਵੇਂ। ਕਿਉਂਕਿ ਫੁੱਲ ਵਿੱਚ ਜਿਹੜੀ ਸੁਗੰਧੀ, ਫੁੱਲ ਦਾ ਆਕਾਰ ਵੀ ਹੈ, ਰੂਪ ਵੀ ਹੈ, ਰੰਗ ਵੀ ਹੈ, ਰੇਖ ਵੀ ਹੈ, ਪਰ ਸੁਗੰਧੀ ਦਾ ਤਾਂ ਕੁਝ ਵੀ ਨਹੀਂ ਹੈਗਾ। ਸੁਗੰਧੀ ਦਾ ਨਾ ਰੂਪ ਹੈ, ਨਾ ਰੰਗ ਹੈ, ਨਾ ਆਕਾਰ ਹੈ। ਸੁਗੰਧੀ ਨੂੰ ਕੇਵਲ ਮਹਿਸੂਸ ਹੀ, ਇਸੇ ਤਰੀਕੇ ਨਾਲ ਅਕਾਲ ਪੁਰਖ ਦੇ ਗੁਣਾਂ ਨੂੰ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ, ਉਹਨੂੰ ਵੇਖਿਆ ਨਹੀਂ ਜਾ ਸਕਦਾ ਵੀ ਰੱਬ ਕਿਵੇਂ ਦਾ ਹੈ, ਕਿੱਥੇ ਰਹਿੰਦਾ, ਕੀ ਹੈ ਸਾਰਾ ਕੁਝ। ਉਹਦੇ ਗੁਣਾਂ ਨੂੰ ਸਿੱਖ ਨੇ ਆਪਣੇ ਜੀਵਨ 'ਚ ਅਨੁਭਵ ਕਰਨਾ, ਮਹਿਸੂਸ ਕਰਨਾ ਹੈ। ਤੋ ਹੁਣ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬੇਨਤੀ ਕੀਤੀ, ਉਹ ਕਹਿੰਦੇ ਨੇ ਚਰਨ ਕਮਲ ਸ਼ਰਣਾਏ ਨਾਰਾਇਣ, ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਹਾਂ। ਚਰਨ ਦੇ ਅਰਥ ਨੇ, ਜਦੋਂ ਅਸੀਂ ਕੋਸ਼ਾਂ ਨੂੰ ਪੜ੍ਹਦੇ ਹਾਂ, ਭਾਈ ਕਾਹਨ ਸਿੰਘ ਜੀ ਨਾਭਾ ਜਾਂ ਗੁਰਮਤ ਦੇ ਹੋਰ ਵੀ ਜਿੰਨੇ ਕੋਸ਼ ਨੇ, ਗੁਰਮਤ ਦੀ ਵਿਆਖਿਆ ਕਰਦੇ ਨੇ, ਗੁਰਮਤ ਵਿਆਖਿਆ ਪ੍ਰਣਾਲੀ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੇ ਵਿੱਚ ਚਰਨ ਦੇ ਅਰਥ ਪੈਰ ਵੀ ਨੇ ਤੇ ਚਰਨ ਦਾ ਅਰਥ ਆਚਰਣ ਵੀ ਨੇ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਮਾਈ ਚਰਨ ਗੁਰ ਮਿੱਠੇ, ਤੇਰੇ ਚਰਨ ਬੜੇ ਮਿੱਠੇ ਨੇ, ਉਹਦਾ ਮਤਲਬ ਕੀ ਹੈ? ਤੇਰਾ ਸ਼ਬਦ ਬੜਾ ਮਿੱਠਾ ਹੈ, ਤੇਰਾ ਆਚਰਣ, ਜਿਹੜਾ ਕਰੈਕਟਰ, ਜਿਹੜਾ ਅਨੁਭਵ ਤੂੰ ਮੈਨੂੰ ਬਖਸ਼ਿਸ਼ ਕਰਦਾ, ਉਹ ਪਰਮੇਸ਼ਰੀ ਸ਼ਰਨ ਜਿਹੜੀ ਹੈ ਨਾ, ਉਹ ਬੜੀ ਮਿੱਠੀ ਲੱਗਦੀ ਹੈ ਮੈਨੂੰ। ਕਿਉਂਕਿ ਚਰਨ ਦੇ ਅਰਥ ਮਹਾਨ ਕੋਸ਼ ਦੇ ਵਿੱਚ ਜਾਂ ਹੋਰ ਕੋਸ਼ਾਂ ਦੇ ਵਿੱਚ ਪੈਰ ਦੇ ਨਾਲ ਨਾਲ ਆਚਰਣ ਵੀ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਜਦੋਂ ਇਹ ਕਹਿ ਦਿੱਤਾ, ਤੇ ਆਪਾਂ ਰੋਜ਼ ਪੜ੍ਹਦੇ ਵੀ ਹਾਂ ਜਪਜੀ ਸਾਹਿਬ ਦੀ ਬਾਣੀ ਚੋਂ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਨਿਰੰਕਾਰ, ਯਾਨੀ ਕਿ ਤੇਰਾ ਕੋਈ ਆਕਾਰ, ਤੇਰਾ ਕੋਈ ਸਟਰਕਚਰ ਨਹੀਂ ਹੈਗਾ। ਔਰ ਵੇਖੋ, ਜੇ ਅਸੀਂ ਚਰਨ ਨੂੰ ਪੈਰ ਵੀ ਮੰਨ ਲਈਏ ਫਿਜ਼ੀਕਲੀ, ਤਾਂ ਉਹਦੇ ਨਾਲ ਲਾਭ ਕੀ ਹੋਏਗਾ? ਸਾਨੂੰ ਤੇ ਕੋਈ ਸਾਰਥਕ ਲਾਭ ਨਹੀਂ ਹੈਗਾ ਚਰਨਾਂ ਦੀ ਸ਼ਰਨ ਵਿੱਚ ਜਾਣ ਦੇ ਨਾਲ, ਪੈਰਾਂ ਦੀ ਸ਼ਰਨ ਵਿੱਚ ਜਾਣ ਨਾਲ। ਔਰ ਪੈਰ ਇੱਕ ਬੰਨੇ ਰਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਨੇ ਤੇ ਵੀ ਆਖਿਆ, ਜੇ ਕੋਈ ਸਰੀਰ ਰੂਪ ਵਿੱਚ ਫਿਜ਼ੀਕਲੀ ਗੁਰੂ ਦੇ ਸਾਹਮਣੇ ਹੋ ਕੇ ਵੀ ਗੁਰੂ ਨੂੰ ਵੇਖ ਲਵੇ, ਇਹਦੇ ਨਾਲ ਵੀ ਕੋਈ ਬਦਲਾਵ ਨਹੀਂ ਹੋਣ ਵਾਲਾ। ਚੇਤੇ 'ਚ ਰਹੇ ਇਹ ਗੱਲ। ਹਜ਼ੂਰ ਸੱਚੇ ਪਾਤਸ਼ਾਹ ਨੇ ਪਤਾ ਕੀ ਆਖਿਆ? ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਫਿਜ਼ੀਕਲੀ ਸਰੀਰ ਕਰਕੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਵਿੱਚ ਗਰਮ ਰੇਤ ਪਾਈ, ਉਹ ਵੀ ਤਾਂ ਸਾਹਮਣੇ ਖਲੋਤੇ ਸਨ। ਕਿਉਂਕਿ ਸਰੀਰ ਰੂਪ ਵਿੱਚ ਫਿਜ਼ੀਕਲੀ ਚਿਹਰੇ ਨੂੰ ਤੱਕ ਲੈਣਾ ਇਹ ਹੋਰ ਗੱਲ ਹੈ, ਤੇ ਗੁਰੂ ਦੀ ਗੱਲ ਨੂੰ ਵੀ ਚਿਹਰਾ ਤੱਕਣ ਦੇ ਨਾਲ ਨਾਲ, ਫਿਜ਼ੀਕਲੀ ਦਰਸ਼ਨ ਕਰਨ ਦੇ ਨਾਲ ਨਾਲ ਗੁਰੂ ਦੀ ਕਹੀ ਹੋਈ ਗੱਲ ਨੂੰ ਜੀਵਨ ਦੇ ਵਿੱਚ ਮਹਿਸੂਸ ਕਰ ਲੈਣਾ, ਇਹਨੂੰ ਕਹਿੰਦੇ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ। ਗੁਰੂ ਨੇ ਜੋ ਆਖਿਆ ਸਿੱਖ ਨੇ ਜੀਵਨ 'ਚ ਕਮਾ ਕੇ ਵੇਖਿਆ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੇਨਤੀ ਕਰਦੇ ਨੇ, ਤਾਂ ਇਹਦਾ ਮਤਲਬ ਹੈ, ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ, ਯਾਨੀ ਕਿ ਪਰਮੇਸ਼ਰੀ ਸੁਭਾਅ ਦੀ ਸ਼ਰਨ ਹੇਠ ਆ ਗਿਆ। ਜਦੋਂ ਮੈਂ ਪਰਮੇਸ਼ਰੀ ਸੁਭਾਅ ਦੀ ਸ਼ਰਨ ਹੇਠ ਆਵਾਂਗਾ ਨਾ, ਵਿਕਾਰਾਂ ਤੋਂ ਖਲਾਸੀ ਵੀ ਮੇਰੀ ਤਾਂ ਹੀ ਹੋਏਗੀ, ਬੰਧਨਾਂ ਤੋਂ ਮੁਕਤ ਵੀ ਮੈਂ ਤਾਂ ਹੀ ਹੋ ਸਕਦਾ, ਉਨੀ ਦੇਰ ਤੱਕ ਨਹੀਂ ਹੋ ਸਕਦਾ। ਤੋ ਹਜ਼ੂਰ ਨੇ ਆਖਿਆ, ਚਰਨ ਕਮਲ ਸ਼ਰਣਾਏ ਨਾਰਾਇਣ, ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ। ਹੁਣ ਵੇਖੋ ਕਿੰਨਾ ਕੀਮਤੀ ਪ੍ਰਮਾਣ ਹੈ ਸਤਿਗੁਰੂ ਦੀ ਬਾਣੀ ਵਿੱਚ, ਜਿੱਥੇ ਹਜ਼ੂਰ ਨੇ ਆਖਿਆ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਹਿਰਦੇ ਵਿੱਚ ਚਰਨ ਨੇ ਕਿਹੜੇ? ਗੁਰੂ ਦੇ ਸ਼ਬਦ ਰੂਪੀ ਚਰਨ। ਤੇ ਆਖਿਆ ਇਸ ਗੁਰੂ ਦੇ ਸ਼ਬਦ ਰੂਪੀ ਚਰਨ ਨੂੰ ਘੁੱਟ ਕੇ ਪੱਲੇ ਨਾਲ ਬੰਨ। ਪੱਲੇ ਨਾਲ ਬੰਨਣ ਦਾ ਮਤਲਬ ਹੈ ਤੇਰੇ ਜੀਵਨ 'ਚ ਕੰਮ ਆਏਗੀ ਇਹ ਗੱਲ। ਇਸ ਗੱਲ ਨੂੰ ਨੋਟ ਕਰ ਲੈਣਾ, ਪੱਲੇ ਨਾਲ ਬੰਨ ਲੈਣਾ, ਗੰਢ ਬੰਨ ਲੈਣੀ, ਇਹਨੂੰ ਸਤਿਗੁਰੂ ਨੇ ਆਖਿਆ, ਯਾਨੀ ਕਿ ਇਹਦੀ ਸੰਭਾਲ ਕਰਨੀ। ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠਰੀ ਪਾਦਾ, ਉਹਨੂੰ ਗੰਢ ਮਾਰ ਕੇ ਬੰਨ ਲਿਆ ਪੱਲੇ ਨਾਲ, ਯਾਨੀ ਕਿ ਭੁੱਲ ਨਾ ਜਾਏ, ਵਿਸਰ ਨਾ ਜਾਏ। तो अगली पंक्ति विच हजूर ने आख्या, दीनानाथ भगत परायण, तू दीना दा नाथ है ते परायण दा अर्थ हुंदा आसरा, तू भगतां दा आसरा है। निआसरे भगतियां नूं केवल तेरा ही आसरा है। ते जिहड़े दीन ने, दीन दा अर्थ है निमाणा, कंगाल, गरीब, निआसरा, ये दीन दा अर्थ है। और जदों असीं बाणी दे कॉन्टैक्स्ट नूं वेखांगे भी इत्थे दीन शब्द किस संदर्भ दे विच सतगुरु सच्चे पातशाह महाराज ने वरतिया, फिर सानूं महसूस, क्योंकि असीं बाणी दे अर्थ जिहड़े ने ना, वो कॉन्टैक्स्ट दे हिसाब नाल ही करांगे ते ठीक रहणगे। हुण दीन दे ते बड़े अर्थ ने, निआसरा भी है, गरीब भी है, निमाणा भी है, कंगाल भी है। पर इत्थे क्योंकि गुरु साहब ने जिहड़ा शब्द वरतिया ना,
ਫਿਰ ਪੂਰੇ ਸ਼ਬਦ ਵਿੱਚ ਉਸੇ ਦੀ ਵਿਆਖਿਆ ਪੂਰੇ ਸ਼ਬਦ ਵਿੱਚ ਉਹਨਾਂ ਨੇ ਕੀਤੀ। ਤੋ ਇੱਥੇ ਦੀਨ ਕਿਹਨੂੰ ਆਖਿਆ ਗਿਆ? ਜਿਹੜਾ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚ ਫਸਿਆ ਹੋਇਆ, ਜਿਹੜਾ ਸੰਸਾਰ ਦੀਆਂ ਕਠਿਨਾਈਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ, ਉਹਨੂੰ ਮਹਾਰਾਜ ਨੇ ਦੀਨ ਆਖਿਆ। ਤੋ ਸਤਿਗੁਰੂ ਕੀ ਕਹਿੰਦੇ ਨੇ? ਦੀਨਾਨਾਥ ਭਗਤ ਪਰਾਇਣ। ਤੂੰ ਦੀਨਾਂ ਦਾ ਨਾਥ ਹੈ ਤੇ ਨਿਆਸਰੇ ਭਗਤਾਂ ਦਾ ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਬਹੁਤ ਵੱਡਾ ਆਸਰਾ। ਹੁਣ ਸ਼ਬਦ ਦੇ ਪਹਿਲੇ ਬੰਦ ਵਿੱਚ ਸਾਹਿਬ ਕਹਿੰਦੇ ਨੇ, ਮੈਂ ਸੰਸਾਰ ਦੀਆਂ ਜਿਹੜੀਆਂ ਮੁਸ਼ਕਲਾਂ ਵਿੱਚ, ਜਿਹੜੀਆਂ ਕਠਿਨਾਈਆਂ ਵਿੱਚ, ਜਿਸ ਮਾੜੀ ਸਿਚੁਏਸ਼ਨ ਵਿੱਚੋਂ ਗੁਜ਼ਰ ਰਿਹਾ, ਉਹ ਹਾਲਾਤ ਪਤਾ ਕੀ ਨੇ? ਉਹ ਹਾਲਾਤ ਨੇ ਮਿਥਨ ਮੋਹ। ਮਿਥਨ ਕਹਿੰਦੇ ਨੇ ਮਿਥ ਨੂੰ, ਝੂਠ, ਝੂਠੇ ਪਦਾਰਥਾਂ ਦਾ ਮੋਹ, ਨਾਸ਼ਵੰਤ ਪਦਾਰਥਾਂ ਦਾ ਮੋਹ। ਇਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੈਸਰੀ ਕੀ ਵਾਰ ਦੀ 9ਵੀਂ ਪੌੜੀ ਵਿੱਚ ਪਤਾ ਕੀ ਕਹਿੰਦੇ ਨੇ? ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਜਿੰਨਾ ਵੀ ਝੂਠੇ ਪਦਾਰਥਾਂ ਦਾ ਮੋਹ ਹੈ, ਮੈਂ ਸਾਰਾ ਕੁਝ ਆਪਣਾ ਹੀ ਸਮਝ ਕੇ ਬਣਾ ਲਿਆ ਵੀ ਮੇਰਾ ਹੀ ਹੈ, ਮੇਰੇ ਕੋਲੋਂ ਕਿਹੜਾ ਕੋਈ ਹੋ ਕੇ ਲੈ ਚੱਲਿਆ। ਤੋ ਪਹਿਲੀ ਮੁਸ਼ਕਲ ਕੀ ਹੈ ਮੇਰੀ? ਜਿੱਥੇ ਮੈਂ ਜੀ ਰਿਹਾ, ਮਿਥਨ ਮੋਹ, ਝੂਠੇ ਨਾਸ਼ਵੰਤ ਪਦਾਰਥਾਂ ਦਾ ਮੋਹ, ਵੀ ਸਾਰਾ ਕੁਝ ਮੈਨੂੰ ਹੀ ਮਿਲ ਜਾਏ। ਤੇ ਦੂਜਾ ਜ਼ਿਕਰ ਕੀਤਾ ਅਗਨ। ਅਗਨ ਦੀ ਤਸ਼ਬੀਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮਹਾਰਾਜ ਨੇ ਤ੍ਰਿਸ਼ਨਾ ਦੀ ਅੱਗ ਨਾਲ, ਕ੍ਰੋਧ ਦੀ ਅੱਗ ਨਾਲ ਇਹਦੀ ਤਸ਼ਬੀਹ ਦਿੱਤੀ। ਮਹਾਰਾਜ ਨੇ ਆਖਿਆ, ਜਿੰਨਾ ਵੀ ਬਾਲਣ ਪਾਉਂਦੇ ਜਾਈਏ, ਇਹ ਹੋਰ ਦੇ ਭਾਂਬੜ ਮੱਚਦੇ ਜਾਣਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜਦੋਂ ਇਹ ਗੱਲ ਕਹਿੰਦੇ ਨੇ, ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨੀ ਧਰਾਪੇ, ਬਿਨ ਹਰ ਕਹਾਂ ਅਗਾਈ। ਜਿਵੇਂ ਬਾਲਣ ਲੱਕੜਾਂ ਜਿਹੜੀਆਂ ਨੇ ਅੱਗ ਦੇ ਵਿੱਚ ਪਾਉਂਦੇ ਜਾਈਏ ਤੇ ਭਾਂਬੜ ਮੱਚਦੇ ਜਾਣਗੇ। ਬੰਦਾ ਸੋਚਦਾ, ਕਿਸੇ ਨੇ ਪੁੱਛਿਆ ਵੀ ਤੂੰ ਲੱਕੜਾਂ ਕਿਉਂ ਪਾ ਰਿਹਾ ਇਹਦੇ ਵਿੱਚ? ਕਹਿੰਦਾ ਮੈਂ ਆਖਿਆ ਵੀ ਅੱਗ ਰੱਜ ਜਾਏ ਤੇ ਬੁਝ ਜਾਏ। ਉਹਨੇ ਆਖਿਆ ਕਿ ਅੱਗ ਵੀ ਰੱਜਦੀ ਹੈ ਭਲਾ, ਅੱਗ ਨਹੀਂ ਰੱਜਦੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਤ੍ਰਿਸ਼ਨਾ ਦੀ ਅੱਗ ਹੋਵੇ ਬੰਦੇ ਦੇ ਅੰਦਰ ਤੇ ਜਿੰਨੇ ਮਰਜ਼ੀ ਪਦਾਰਥ ਭਵਨਾਂ ਦੇ ਇਕੱਠੇ ਕਰਕੇ ਪਾ ਦਿਓ, ਬੰਦਾ ਸ਼ਾਂਤ ਨਹੀਂ ਹੋ ਸਕਦਾ। ਸਤਿਗੁਰੂ ਨੂੰ ਕਹਿੰਦੇ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸੈਟਿਸਫੈਕਸ਼ਨ ਨਹੀਂ ਹੈਗੀ, ਸੰਤੁਸ਼ਟੀ ਨਹੀਂ ਹੈਗੀ, ਸੰਤੋਖ ਨਹੀਂ ਹੈਗਾ। ਤੇ ਇਹਦਾ ਹੱਲ ਕੀ ਲੱਭਿਆ ਮਹਾਰਾਜ ਨੇ? ਆਖਿਆ, ਬਿਨਾ ਸੰਤੋਖ ਨਹੀਂ ਕੋ ਰਾਜੇ। ਇਹ ਦੂਜੀ ਸਿਚੁਏਸ਼ਨ ਹੈ। ਪਹਿਲਾ ਹੈ ਮਿਥਨ ਮੋਹ, ਨਾਸ਼ਵੰਤ ਪਦਾਰਥਾਂ ਦਾ ਮੋਹ। ਦੂਜੀ ਹੈ ਅਗਨ, ਤ੍ਰਿਸ਼ਨਾ ਦੀ ਅੱਗ। ਤੇ ਤੀਜੀ ਕੀ ਹੈ? ਸੋਕ। ਸੋਕ ਕਿਹਨੂੰ ਕਹਿੰਦੇ ਨੇ? ਚਿੰਤਾ ਨੂੰ। ਵਿਦਵਾਨਾਂ ਨੇ ਚਿੰਤਾ ਨੂੰ ਬਹੁਤ ਵੱਡਾ ਰੋਗ ਮੰਨਿਆ ਔਰ ਇਹਦੀ ਤਸ਼ਬੀਹ ਦਿੰਦਿਆਂ ਉਹਨਾਂ ਨੇ ਆਖਿਆ, ਜਿਵੇਂ ਕਿਸੇ ਲੱਕੜ ਨੂੰ ਘੁਣ ਲੱਗ ਜਾਏ ਤੇ ਉਹ ਲੱਕੜ ਨੂੰ ਅੰਦਰੋਂ ਅੰਦਰ ਹੀ ਖਾ ਜਾਂਦਾ। ਆਖਿਆ, ਚਿੰਤਾ ਵੀ ਮਨੁੱਖ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ। ਚਿੰਤਾ ਵੀ ਮਨੁੱਖ ਨੂੰ ਜੀਣ ਨਹੀਂ ਦਿੰਦੀ। ਤੁਸੀਂ ਵੇਖੋ ਨਾ, ਕਈ ਵਾਰ ਦੀਮਕ ਲੱਗੇ, ਸਿਉਂਕ ਲੱਗੇ ਤੇ ਲੱਕੜ ਨੂੰ ਬਾਹਰੋਂ ਖਾਂਦੀ ਹੈ ਤੇ ਪਤਾ ਲੱਗ ਜਾਂਦਾ ਵੀ ਹਾਂ, ਇਸ ਲੱਕੜ ਨੂੰ ਸਿਉਂਕ ਲੱਗੀ ਹੋਈ ਹੈ। ਪਰ ਸਾਡੇ ਘਰ ਵਿੱਚ ਬੜਾ ਕੀਮਤੀ ਲੱਕੜ ਦਾ ਮੋਸ਼ਾ ਹੋਵੇ ਤੇ ਅਸੀਂ ਉਹਨੂੰ ਕਾਰੀਗਰ ਨੂੰ ਲੈ ਕੇ ਆਈਏ ਵੀ ਅਸੀਂ ਇਹਦੇ ਵਿੱਚੋਂ ਫਰਨੀਚਰ ਤਿਆਰ ਕਰਨਾ ਚਾਹੁੰਦੇ ਹਾਂ। ਉਹਨੇ ਲੱਕੜ ਨੂੰ ਖੜਕਾ ਕੇ ਵੇਖਿਆ ਤੇ ਕਹਿਣ ਲੱਗਾ ਵੀ ਇਹਦੀ ਖੋਖੜੀ ਹੋ ਗਈ। ਅਸੀਂ ਆਖਿਆ, ਵੇਖਣ ਨੂੰ ਤੇ ਬੜੀ ਸੋਹਣੀ ਲੱਗਦੀ, ਬੜੀ ਕੀਮਤੀ ਲੱਗਦੀ ਹੈ। ਉਹਨੇ ਆਖਿਆ, ਬਸ ਬਾਹਰੀ ਰੂਪ ਰੰਗ ਹੀ ਰਹਿ ਗਿਆ ਇਹਦਾ, ਅੰਦਰੋਂ ਤੇ ਘੁਣ ਨੇ ਇਹਦਾ ਪਾਊਡਰ ਬਣਾ ਦਿੱਤਾ, ਅੰਦਰੋਂ ਅੰਦਰ ਹੀ ਖਾ ਗਿਆ ਇਹਨੂੰ। ਤਾਂ ਵਿਦਵਾਨਾਂ ਨੇ ਆਖਿਆ, ਚਿੰਤਾ ਦਾ ਰੋਗ ਜਿਹਨੂੰ ਲੱਗ ਜਾਏ ਨਾ, ਤੁਹਾਨੂੰ ਬਾਹਰੋਂ ਮਹਿਸੂਸ ਨਹੀਂ ਹੋਏਗਾ, ਪਰ ਅੰਦਰੋਂ ਅੰਦਰ ਹੀ ਉਹ ਬੰਦਾ ਚਿੰਤਾ ਦਾ ਘੁਣ ਜਿਹੜਾ ਉਹਨੂੰ ਖਾ ਜਾਏਗਾ। ਹੁਣ ਵੇਖੋ ਕਿੱਡੀਆਂ ਮਾੜੀਆਂ ਸਿਚੁਏਸ਼ਨਸ ਨੇ ਜਿਹੜੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਆਨ ਕਰਕੇ ਸਾਡੇ ਸਾਹਮਣੇ ਰੱਖਦੇ ਨੇ। ਤੇ ਹਜ਼ੂਰ ਨੇ ਆਖਿਆ, ਸੋਕ, ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਮੈਂ। ਮਿਥਨ ਮੋਹ, ਅਗਨ ਤੇ ਤੀਜੀ ਹੈ ਸੋਕ, ਚਿੰਤਾ। ਇਹ ਸਾਗਰ ਹੈ, ਇਸ ਸੰਸਾਰ ਸਮੁੰਦਰ ਵਿੱਚ ਜੀ ਰਿਹਾ ਮੈਂ। ਤੇ ਅੱਗੇ ਆਖਿਆ, ਕਰ ਕਿਰਪਾ ਉਧਾਰ ਹਰ ਨਾਗਰ। ਇਹਦਾ ਉਚਾਰਨ ਹੋਏਗਾ ਉਧਾਰ। ਉਧਰ ਦਾ ਮਤਲਬ ਹੁੰਦਾ ਮੈਂ ਬਚ ਗਿਆ ਹਾਂ, ਪਰ ਕਿਉਂਕਿ ਬੇਨਤੀ ਕੀਤੀ ਜਾ ਰਹੀ ਹੈ ਤਾਂ ਅੱਧਕ ਲਾ ਕੇ ਉਚਾਰਨ ਹੋਏਗਾ ਉਧਾਰ, ਮੈਨੂੰ ਬਚਾ ਲੈ, ਮੈਂ ਤੇਰੇ ਦਰ ਤੇ ਆਇਆ। ਕਰ ਕਿਰਪਾ ਉਧਾਰ ਹਰ ਨਾਗਰ। ਨਾਗਰ ਕਹਿੰਦੇ ਨੇ ਜਿਹੜਾ ਨਗਰ ਵਿੱਚੋਂ ਸਭ ਤੋਂ ਮੰਨਿਆ ਪਤਵੰਤਾ ਸੱਜਣ ਹੋਵੇ, ਆਗੂ ਹੋਵੇ, ਉਹਨੂੰ ਨਾਗਰ ਕਹਿੰਦੇ ਨੇ। ਜਿਹਨੂੰ ਭਗਤ ਰਵਿਦਾਸ ਜੀ ਨੇ ਆਖਿਆ, ਨਾਗਰ ਜਨਾ ਮੇਰੀ ਜ਼ਾਤ ਵਿਖਿਆਤ ਚਮਾਰੰਗ, ਹਿਰਦੇ ਰਾਮ ਗੋਬਿੰਦ ਗੁਣ ਸਾਰੰਗ। ਤੋ ਸਤਿਗੁਰੂ ਨੇ ਆਖਿਆ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬਹੁਤ ਮੰਨਿਆ ਪਰ ਮੰਨਿਆ ਹੈ, ਤੇਰੇ ਵਰਗਾ ਪਤਵੰਤਾ ਤੇ ਆਗੂ ਕੌਣ ਹੋ ਸਕਦਾ? ਇਸ ਕਰਕੇ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਬਚਾ। ਸ਼ਬਦ ਦੇ ਦੂਜੇ ਬੰਦ ਵਿੱਚ ਹਜ਼ੂਰ ਨੇ ਆਖਿਆ,
ਅਨਾਥਾਂ ਨਾਥ ਭਗਤ ਭੈ ਮੇਟਨ। ਤੂੰ ਅਨਾਥਾਂ ਦਾ ਨਾਥ ਹੈ ਤੇ ਭਗਤਾਂ ਦੇ ਅੰਦਰ ਜਿਹੜਾ ਵਿਕਾਰਾਂ ਦਾ ਡਰ ਪੈਦਾ ਹੋਇਆ ਨਾ, ਉਹਨੂੰ ਮੇਟਣ ਵਾਲਾ ਹੈ, ਖਤਮ ਕਰਨ ਵਾਲਾ ਹੈ। ਜਿਹੜਾ ਸੰਸਾਰ ਵਿੱਚ ਕੋਈ ਨਹੀਂ, ਜਿਹੜੇ ਅਨਾਥ ਹੋ ਚੁੱਕੇ ਨੇ, ਤੂੰ ਉਹਨਾਂ ਦਾ ਵੀ ਨਾਥ ਹੈ। ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਤੂੰ ਉਹਨਾਂ ਦਾ ਮਾਲਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇਹ ਬਾਣੀ 'ਚ ਇੱਕ ਬੜਾ ਕੀਮਤੀ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੈ। ਉੱਥੇ ਹਜ਼ੂਰ ਨੇ ਆਖਿਆ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਣਾ ਤੇ ਹਰ ਚੀਜ਼ ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ ਫਿਰ ਗੁਰੂ ਦੀ ਕਿਰਪਾ ਦੇ ਵਿੱਚੋਂ ਹੀ ਉਹਨੂੰ ਪ੍ਰਾਪਤ ਹੋਏਗੀ, ਕਿਉਂਕਿ ਫਿਰ ਮਾਲਕ ਉਹਦਾ ਉਹ ਬਣ ਗਿਆ। ਤੇ ਜਿਹਦਾ ਉਹ ਮਾਲਕ ਬਣ ਜਾਏ ਫਿਰ ਉਹ ਦਰ ਦਰ ਦੀ ਮੁਹਤਾਜਗੀ ਨਹੀਂ ਰਹਿਣ ਦਿੰਦਾ ਸਾਨੂੰ। ਫਿਰ ਅਸੀਂ ਕਿਸੇ ਦੇ ਮੁਹਤਾਜ ਨਹੀਂ ਹੁੰਦੇ, ਕਿਉਂਕਿ ਰੱਬ ਮੇਰਾ ਬੇਮੁਹਤਾਜ ਹੈ। ਅਸੀਂ ਵੀ ਫਿਰ ਬੇਮੁਹਤਾਜ ਹੋ ਜਾਂਦੇ, ਮੁਹਤਾਜਗੀ ਨਹੀਂ ਕੱਢਦੇ ਕਿਸੇ ਦੀ। ਹਜ਼ੂਰ ਨੇ ਆਖਿਆ, ਅਨਾਥਾਂ ਨਾਥ ਭਗਤ ਭੈ ਮੇਟਨ, ਸਾਧ ਸੰਗ ਜਮਦੂਤ ਨਾ ਭੇਟਣ। ਹੇ ਸਤਿਗੁਰੂ, ਜਦੋਂ ਦਾ ਮੈਂ ਤੇਰੀ ਸੰਗਤ ਵਿੱਚ ਆਇਆ, ਜਮਦੂਤ ਕਹਿੰਦੇ ਨੇ ਪੰਜਾਂ ਵਿਕਾਰਾਂ ਨੂੰ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਆਖਿਆ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਕਰ ਬਾਰ ਮਨਾ, ਮਾਰੇ ਲੂਟੈ ਨੀਤ ਨੀਤ, ਕਿਸੇ ਆਗੇ ਕਰੀ ਪੁਕਾਰ ਜਨਾ। ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ, ਜਮ ਦਲ ਜਮਾ ਦਾ ਦਲ। ਜਮਦੂਤ ਕਿਹਨੂੰ ਆਖਿਆ? ਆਗੇ ਜਮ ਦਲ ਬਿਕਮ ਕਨਾ। ਕੌਣ ਹੈ ਜਮ? ਅਵਰ ਪੰਚ ਹਮ ਏਕ ਜਨਾ। ਤੋ ਹਜ਼ੂਰ ਨੇ ਆਖਿਆ, ਜਦੋਂ ਦਾ ਮੈਂ ਤੇਰੀ ਸੰਗਤ, ਯਾਨੀ ਕਿ ਜਦੋਂ ਦਾ ਮੇਰੀ ਸੁਰਤ ਵਿੱਚ ਤੇਰਾ ਸ਼ਬਦ ਵਸ ਗਿਆ, ਮੈਂ ਸਤ ਸੰਗੀ ਬਣ ਗਿਆ। ਆਖਿਆ, ਮਹਾਰਾਜ ਜਮਦੂਤ ਪੰਜ ਵਿਕਾਰ ਮੇਰੇ ਨੇੜੇ ਤੇੜੇ ਵੀ ਨਹੀਂ ਟੁਕਦੇ, ਉਹ ਮੇਰੇ ਨੇੜੇ ਵੀ ਨਹੀਂ ਲੱਗਦੀ। ਸਾਧ ਸੰਗ ਜਮਦੂਤ ਨਾ ਭੇਟਣ, ਜੀਵਨ ਰੂਪ ਹੇ ਜੀਵਨ ਦਾਨ ਦੇਣ ਵਾਲਿਆ, ਹੇ ਜੀਵਨ ਦੇ ਸੋਮੇ ਅਕਾਲ ਪੁਰਖ ਵਾਹਿਗੁਰੂ ਜੀ, ਅਨੂਪ ਤੂੰ ਅਨੂਪ। ਅਨੂਪ ਕਹਿੰਦੇ ਨੇ ਜਿਹਨੂੰ ਕਿਸੇ ਨਾਲ ਕੰਪੇਅਰ ਨਾ ਕੀਤਾ ਜਾ ਸਕੇ। ਕੰਪੇਅਰ ਉਹਨੂੰ ਤਾਂ ਹੀ ਕਰਾਂਗੇ ਨਾ ਜੇ ਉਹਦੇ ਵਰਗਾ ਕੋਈ ਹੋਏਗਾ। ਤੇ ਕਿਹਦੇ ਨਾਲ ਮੈਂ ਤੁਲਨਾ ਦੇ ਕੇ ਆਖਾਂ ਵੀ ਮੇਰਾ ਰੱਬ ਇਵੇਂ ਦਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੀ ਮਹਾਨਤਾ ਨੂੰ ਬਿਆਨ ਕਰਦਿਆਂ ਇੱਕ ਪੰਕਤੀ 'ਚ ਕੀ ਕਹਿੰਦੇ ਨੇ? ਗੁਣ ਇਹੋ ਹੋਰ ਨਹੀਂ ਕੋਈ। ਉਹਦਾ ਸਭ ਤੋਂ ਵੱਡਾ ਗੁਣ ਹੀ ਇਹ ਹੈ ਕਿ ਉਹਦੇ ਵਰਗਾ ਕੋਈ ਹੋਰ ਨਹੀਂ ਹੈਗਾ। ਤੇ ਅੱਗੇ ਆਖਿਆ, ਨਾ ਕੋ ਹੋਆ ਨਾ ਕੋ ਹੋਏ, ਨਾ ਪਹਿਲਾਂ ਸੀ ਤੇ ਨਾ ਅੱਗੇ ਹੋਏਗਾ। ਇਹ ਉਹਦੀ ਮਹਾਨਤਾ ਹੈ। ਸਤਿਗੁਰੂ ਨੇ ਵੀ ਆਖਿਆ, ਤੇਰਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ, ਹੋਰ ਸਰੂਪ ਹੋਵੇ ਕੋਈ ਤੇਰਾ, ਤਿਸ ਆਗੇ ਤੁਧ ਆਖਾਂ, ਤੁਧ ਆਗੇ ਤੁਧੇ ਸਲਾਹੀ, ਮੈਂ ਅੰਧੇ ਨਾਉ ਸੁਜਾਖਾ। ਤੇਰੇ ਵਰਗਾ ਤੇ ਕੋਈ ਵੀ ਨਹੀਂ ਹੈਗਾ। ਮੈਂ ਕਿਹਦੇ ਵੱਲ ਇਸ਼ਾਰਾ ਕਰਕੇ ਤੇ ਉਂਗਲ ਕਰਕੇ ਆਖਾਂ ਵੀ ਮੇਰਾ ਰੱਬ ਇਹਦੇ ਵਰਗਾ? ਮਹਾਰਾਜ ਕੋਈ ਵੀ ਨਹੀਂ ਹੈਗਾ। ਇਸ ਕਰਕੇ ਤੂੰ ਅਨੂਪ ਹੈ। ਤੇਰੀ ਉਪਮਾ, ਤੈਨੂੰ ਮੈਂ ਕੰਪੇਅਰ ਕਿਹਦੇ ਨਾਲ ਕਰਾਂ? ਕੋਈ ਹੋਰ ਹੋਵੇ ਤੇ ਕਰਾਂ ਨਾ, ਨਹੀਂ ਕਰ ਸਕਦਾ। ਜੀਵਨ ਰੂਪ, ਜੀਵਨ ਦਾ ਸੋਮਾ ਹੈ ਤੂੰ। ਅਨੂਪ ਉਪਮਾ ਤੋਂ ਰਹਿਤ ਹੈ, ਦਇਆਲਾ ਦਇਆ ਕਰਨ ਵਾਲਾ ਹੈ। ਆਖਿਆ, ਰਵਣ ਗੁਣਾ ਕਟਿਏ ਜਮਜਾਲਾ। ਰਵਣ ਕਹਿੰਦੇ ਨੇ ਦ੍ਰਿੜ ਕਰਨਾ, ਚੇਤੇ ਕਰਨਾ। ਤੇਰੇ ਗੁਣਾ ਨੂੰ ਚੇਤੇ ਕਰ ਕਰਕੇ ਮੈਂ ਜਮਾਂ ਦੀ ਫਾਈ ਚੋਂ ਬਾਹਰ ਨਿਕਲ ਗਿਆ। ਕਟਿਏ ਜਮ ਜਾਲਾ, ਉਸ ਜਮਾਂ ਦੇ ਜਾਲ ਵਿੱਚੋਂ, ਫੰਦੇ ਵਿੱਚੋਂ, ਫਾਈ ਚੋਂ ਬਾਹਰ ਨਿਕਲ ਗਿਆ। ਹਜ਼ੂਰ ਨੇ ਆਖਿਆ, ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਹੇ ਸਤਿਗੁਰੂ, ਜਿਹੜੇ ਤੇਰੇ ਨਾਮ ਨੂੰ, ਅੰਮ੍ਰਿਤ ਰੂਪੀ ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਰਸਨਾ ਨਾਲ, ਜ਼ੁਬਾਨ ਨਾਲ ਚੇਤੇ ਕਰਦੇ ਨੇ, ਉਹਨਾਂ ਨੂੰ ਕੀ ਹੋਏਗਾ? ਰੋਗ ਰੂਪ ਮਾਇਆ ਨਾ ਵਿਆਪੈ। ਇਹਦੇ ਦੋ ਅਰਥ ਨੇ। ਇੱਕ ਤੇ ਹੈ ਵੀ ਜਿਹੜੀ ਰੋਗਾਂ ਦੀ ਜਨਨੀ ਮਾਇਆ ਹੈ ਉਹਨਾਂ ਨੂੰ ਕੁਝ ਨਹੀਂ ਕਹਿੰਦੀ, ਤੇ ਦੂਜਾ ਅਰਥ ਹੋਏਗਾ ਮਾਇਆ ਉਹਨਾਂ ਨੂੰ ਰੋਗ ਰੂਪ ਹੋ ਕੇ ਨਹੀਂ ਵਿਆਪਦੀ। ਰੋਗ ਰੂਪ ਮਾਇਆ ਨਾ ਵਿਆਪੇ, ਮਾਇਆ ਉਹਨਾਂ ਨੂੰ ਫਿਰ ਰੋਗ ਰੂਪ ਹੋ ਕੇ ਨਹੀਂ ਵਿਆਪਦੀ। ਪਤਾ ਕਿਉਂ? ਕਿਉਂਕਿ ਹਜ਼ੂਰ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਤਿਨਕਾ ਖਾਧਾ ਪਹਿੰਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਦਾਤੇ। ਜਿਹੜੇ ਹਰੀ ਨਾਲ ਜੁੜ ਜਾਣ ਉਹਨਾਂ ਦਾ ਖਾਣਾ ਪੀਣਾ ਪਹਿਨਣਾ ਸਭੋ ਕੁਝ ਪ੍ਰਵਾਨ ਹੈ, ਕਿਉਂਕਿ ਜੀਣ ਦੀ ਜਾਚ ਆ ਗਈ ਉਹਨਾਂ ਨੂੰ। ਸੰਸਾਰ ਵਿੱਚ ਹਮੇਸ਼ਾ ਦੋ ਧੜਿਆਂ ਦਾ ਟਕਰਾਅ ਰਹੇਗਾ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਖਾਓ ਪੀਓ ਤੇ ਮੌਜ ਕਰੋ, ਤੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਘਰ-ਬਾਰ ਛੱਡੋ ਤੇ ਸੰਨਿਆਸੀ ਬਣ ਜਾਓ, ਸੰਸਾਰ ਤੇ ਮੋਹ ਮਾਇਆ ਦਾ ਜਾਲ ਹੈ, ਇਹਦੇ ਵਿੱਚ ਪੈਣ ਦੀ ਲੋੜ ਨਹੀਂ। ਯਾਨੀ ਕਿ ਇੱਕ ਬਿਲਕੁਲ ਮੁਕਤ ਹੋਣਾ ਚਾਹੁੰਦੇ ਨੇ
ਤੇ ਇੱਕ ਜਿਹੜੇ ਨੇ ਉਹ ਬਿਲਕੁਲ ਮਾਇਆ ਦੇ ਪਦਾਰਥਾਂ ਨੂੰ ਭੋਗਣਾ ਚਾਹੁੰਦੇ ਨੇ ਵੀ ਤਰੀਕਾ ਕੋਈ ਵੀ ਹੋਵੇ, ਬਸ ਖਾਓ ਪੀਓ ਤੇ ਮौज ਕਰੋ। ਗੁਰਮਤਿ ਨੇ ਨਾ ਉਹਨਾਂ ਨੂੰ ਪ੍ਰਵਾਨ ਕੀਤਾ ਨਾ ਉਹਨਾਂ ਨੂੰ ਪ੍ਰਵਾਨ ਕੀਤਾ। ਆਖਿਆ ਸਹਿਜ ਬੜਾ ਜ਼ਰੂਰੀ ਹੈ, ਬੈਲੈਂਸ ਹੋਣਾ ਚਾਹੀਦਾ ਜੀਵਨ ਦੇ ਵਿੱਚ। ਪਦਾਰਥਾਂ ਦੇ ਵਿੱਚ ਰਹੋ, ਪਰ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਦਾਮਨ ਨੂੰ ਸੰਕੋਚ ਕੇ ਚੱਲੋ, ਤਾਂ ਕਿ ਤੁਹਾਡੇ ਕੀਤੇ ਹੋਏ ਕਰਮ ਨਾਲ ਕੋਈ ਬੰਦਾ ਹਰਟ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਪਰੇਸ਼ਾਨੀ। ਚੀਜ਼ਾਂ ਨੇ, ਕੁਦਰਤ ਨੇ ਤੁਹਾਡੇ ਖਾਣ ਵਾਸਤੇ ਪੈਦਾ ਕੀਤੀਆਂ, ਇਹਨੂੰ ਤਿਆਗਣਾ ਨਹੀਂ ਹੈਗਾ। ਸਿੱਖ ਦਾ ਕਰਮ ਹੈ, ਇਹਨਾਂ ਨੂੰ ਮੰਨਣਾ ਹੈ ਉਹਨੇ, ਪਰ ਮੰਨਣਾ ਉਹਨੇ ਇਸ ਹਿਸਾਬ ਨਾਲ ਵੀ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ ਨੇ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ। ਤੋ ਹਜ਼ੂਰ ਨੇ ਆਖਿਆ ਮਾਇਆ ਫਿਰ ਉਹਨਾਂ ਨੂੰ ਰੋਗ ਰੂਪ ਹੋ ਕੇ ਨਹੀਂ ਵਿਆਪਦੀ। ਜਪ ਗੋਬਿੰਦ ਸੰਗੀ ਸਭ ਤਾਰੇ, ਗੋਬਿੰਦ ਧਰਤੀ ਨੂੰ ਬਿੰਦਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਕਰਕੇ ਉਹ ਆਪ ਵੀ ਮੁਕਤ ਹੋਏ ਨੇ, ਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਸ਼ੋਭਤ ਵਿੱਚ ਆਏ ਉਹ ਵੀ ਮੁਕਤ ਹੋ ਗਏ। ਅਧਿਆਤਮਿਕ ਪੱਖ ਤੋਂ ਜੇ ਇਹਦੇ ਅਰਥ ਕਰਾਂਗੇ ਤੇ ਹੋਣਗੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕੀਤਾ, ਉਹਨਾਂ ਦੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ ਉਹ ਵੀ ਤਰ ਗਏ ਨੇ। ਉਹਨਾਂ ਦੇ ਸੰਗੀ ਸਾਥੀ, ਜਿਹਨੂੰ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਹੀ ਬਾਣੀ ਦੀ ਵਿਆਖਿਆ ਵਿੱਚ ਕਹਿੰਦੇ ਨੇ, ਹਰਿ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਸੰਗੀ ਸਾਥੀ ਮੇਰੇ ਗਿਆਨ ਇੰਦਰੇ, ਮੇਰੇ ਕਰਮ ਇੰਦਰੇ ਇਹ ਵੀ ਤਰ ਗਏ, ਇਹਨਾਂ ਦਾ ਉਧਾਰ ਹੋ ਗਿਆ। ਪਰ ਇਹ ਵੀ ਠੀਕ ਹੈ ਵੀ ਜਦੋਂ ਮੈਂ ਪਰਮੇਸ਼ਰੀ ਸੱਤਾ ਨਾਲ ਜੁੜ ਗਿਆ, ਮੇਰੇ ਪਰਿਵਾਰ ਦੇ ਜੀ, ਮੇਰੀ ਸੁਸਾਇਟੀ ਦੇ ਲੋਕ, ਜਿਹੜੇ ਮੇਰੀ ਸੰਗਤ ਮੇਰੀ ਸੋਭਤ ਵਿੱਚ ਰਹਿਣਗੇ, ਚੰਗੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏਗਾ, ਤੋ ਵੀ ਤਰਨਗੇ। ਇਹਨੂੰ ਸਾਹਿਬ ਨੇ ਆਖਿਆ ਮੰਨੇ ਤਰੈ ਤਾਰੇ ਗੁਰ ਸਿੱਖ। ਗੁਰੂ ਆਪ ਵੀ ਤਰਿਆ ਹੋਇਆ, ਆਪਣੇ ਸਿੱਖਾਂ ਨੂੰ ਵੀ ਤਰਦਾ ਹੈ। ਤੋ ਜਿਹੜਾ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਗਿਆ, ਉਹ ਆਪ ਤੇ ਮੁਕਤ ਹੋਏਗਾ ਹੀ ਹੋਏਗਾ। ਆਪਣੇ ਸਾਥੀ ਜਿਹੜੇ ਉਹਦੇ ਨਾਲ ਜੁੜ ਕੇ ਰਹਿਣਗੇ ਉਹ ਵੀ ਤਰ ਜਾਣਗੇ। ਤੇ ਇਹਨੂੰ ਆਖਿਆ ਜਪ ਗੋਬਿੰਦ ਸੰਗੀ ਸਭ ਤਾਰੇ, ਉਹਤ ਨਾਹੀ ਪੰਜ ਬਟਵਾਰੇ। ਇੱਕ ਹੈ ਘਰ ਵਿੱਚ ਰਹਿਣਾ, ਘਰ ਵਿੱਚ ਰਵਾਂਗੇ ਤੇ ਥੋੜਾ ਲੁੱਟਣਾ ਸੌਖਾ ਹੋਏਗਾ, ਪਰ ਰਾਹ ਜਾਂਦਿਆਂ ਕੋਈ ਲੁੱਟ ਲਵੇ ਤੇ ਕੀ ਕਰੋਗੇ? ਰਾਹ ਜਾਂਦਿਆਂ ਸਫ਼ਰ ਕਰਦਿਆਂ ਕੋਈ ਲੁੱਟ ਲਵੇ, ਉਹਨੂੰ ਬਟਵਾਰੇ ਦਾ ਮਤਲਬ ਹੈ ਜਿਹੜਾ ਰਾਹ ਵਿੱਚ ਲੁੱਟੇ। ਤੇ ਆਪਾਂ ਜੀਵਨ ਦੇ ਸਫ਼ਰ ਵਿੱਚ ਹੀ ਆ, ਚੇਤੇ ਚ ਰੱਖੀਏ। ਆਪਾਂ ਜਿੰਨੇ ਵੀ ਆ ਨਾ, ਸਭ ਮੁਸਾਫਰ ਆ, ਟਰੈਵਲ ਕਰ ਰਹੇ ਆ ਜੀਵਨ ਦਾ। ਜਨਮ ਤੋਂ ਲੈ ਕੇ ਮੌਤ ਆਖਰੀ ਸਾਹ ਤੱਕ ਆਪਾਂ ਸਫ਼ਰ ਦੇ ਵਿੱਚ ਆ, ਔਰ ਇਸ ਸਫ਼ਰ ਦੇ ਦੌਰਾਨ ਸਾਨੂੰ ਲੁੱਟੇਗਾ ਕੋਈ ਆਣ ਕੇ। ਉਹ ਕੌਣ ਹੈ? ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁਟੈ ਮਨਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਪੰਜ ਵਿਕਾਰ ਲੁੱਟ ਲੈਣਗੇ ਤੇ ਬਚਣਗੇ ਪਤਾ ਕੌਣ? ਨਾ ਓਏ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਅੰਦਰ ਸੰਤੋਖ ਆ ਗਿਆ, ਲਾਲਚ ਲੁੱਟ ਨਹੀਂ ਸਕਦਾ। ਜਿਨ੍ਹਾਂ ਨੇ ਨਿਮਰਤਾ ਦਾ ਪੱਲਾ ਘੁੱਟ ਕੇ ਫੜ ਲਿਆ, ਹੰਕਾਰ ਲੁੱਟ ਨਹੀਂ ਸਕਦਾ। ਇਵੇਂ ਬਚਾ ਕਰੀਏ ਆਪਣਾ। ਇਹਨੂੰ ਆਖਿਆ ਜਿਨ ਕੈ ਰਾਮ ਵਸੈ ਮਨ ਮਾਹੇ। ਨਾ ਉਹ ਮਰੇ ਨਾ ਠਾਕੇ ਜਾਏ, ਨਾ ਉਹ ਮਰਨ ਗਈ ਆਤਮਿਕ ਮੋਤੇ, ਨਾ ਠੱਗੇ ਜਾਣਗੇ ਪੰਜਾਂ ਵਿਕਾਰਾਂ ਦੇ ਹੱਥੋਂ। ਤੋ ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ ਮਨ ਵਾਚ ਕਰਮ ਪ੍ਰਭ ਏਕ ਧਿਆਏ। ਸਪਿਰਿਚੁਅਲ ਪਰਸਨ ਜਿਹਨੂੰ ਕਹਿੰਦੇ ਨੇ, ਪਰਫੈਕਟ ਸਪਿਰਿਚੁਅਲ ਪਰਸਨ, ਜਿਹੜਾ ਧਾਰਮਿਕ ਅਨੰਨ ਭਗਤ ਹੋ ਗਿਆ, ਉਹ ਕੌਣ ਹੈ? ਜਿਹੜਾ ਮਨ ਕਰਕੇ, ਬਚਨਾ ਕਰਕੇ ਤੇ ਕੰਮਾਂ ਕਰਕੇ ਰੱਬ ਨਾਲ ਜੁੜਿਆ ਹੋਇਆ। ਪਰ ਬੇਸਿਕਲੀ ਅਸੀਂ ਸਾਰੇ ਜ਼ੁਬਾਨ ਕਰਕੇ ਜੁੜੇ ਹੋਏ ਹਾਂ, ਨਾ ਅਸੀਂ ਮਨ ਕਰਕੇ ਜੁੜੇ ਹਾਂ ਤੇ ਨਾ ਅਸੀਂ ਕੰਮਾਂ ਕਰਕੇ ਜੁੜੇ ਹਾਂ। ਤੋ ਅਨੰਨ ਭਗਤ ਕੌਣ ਹੈ? ਜਿਹੜਾ ਮਨ ਬਚਨ ਤੇ ਕੰਮਾਂ, ਜਿਹਦਾ ਮਨ ਬਚਨ ਤੇ ਕੰਮ ਜਿਹੜੇ ਨੇ ਉਹ ਇੱਕ ਸਾਰਤਾ ਦੇ ਵਿੱਚ ਨੇ, ਇੱਕ ਲੀਹ ਤੇ ਖਲੋਤੇ ਹੋਏ ਨੇ। ਜੋ ਕਹਿੰਦਾ ਉਹ ਕਰਕੇ ਵੀ ਵਿਖਾਉਂਦਾ। ਐਸਾ ਭਗਤ ਸਰਬ ਫਲਾ ਸੋਈ ਜਨ ਪਾਏ। ਉਹ ਜੀਵਨ ਦੇ ਉਸ ਫਲ ਦੀ ਪ੍ਰਾਪਤੀ ਕਰਦਾ ਜਿਸ ਵਾਸਤੇ ਉਹ ਸੰਸਾਰ ਤੇ ਆਇਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੋ ਹਜ਼ੂਰ ਨੇ ਆਖਿਆ ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਗੁਰੂ ਨੇ ਜਿਹਦੇ ਤੇ ਅਨੁਗ੍ਰਹ ਦਾ ਮਤਲਬ ਕਿਰਪਾ ਕੀਤੀ। ਗੁਰੂ ਨੇ ਜਿਹਦੇ ਉੱਤੇ ਕਿਰਪਾ ਧਾਰ ਦਿੱਤੀ, ਕਰ ਦਿੱਤੀ, ਉਹਨੂੰ ਕੀ ਦਿੱਤਾ? ਕੇਵਲ ਨਾਮ, ਓਨਲੀ ਨਾਮ ਦਿੱਤਾ। ਤੇ ਪਤਾ ਕੀ ਆਖਿਆ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਜੇ ਪਰਮੇਸ਼ਵਰੀ ਸੱਤਾ ਨਾਲ ਜੁੜਨਾ ਚਾਹੁੰਦਾ, ਕਰਮ ਕਾਂਡ ਕੰਮ ਨਹੀਂ ਹੋਣਗੇ। ਤੂੰ ਸਫਾਈ ਕਰਨਾ, ਮੈਂ ਭੁੱਖੜ ਧੜ ਲੁੱਟ ਜਾਵਾਂ, ਮੈਂ ਜਪ ਤਪ ਸਮਾਗਮ ਕਰਨਾ, ਨਹੀਂ। ਕੀ ਕਰਨਾ ਪਏਗਾ? ਸਤ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦੇ ਗੁਣਾਂ ਨੂੰ ਚਿੱਤ ਵਿੱਚ ਵਸਾਏਗਾ ਤਾਂ ਰੱਬ ਨਾਲ ਕਰਮ ਕਾਂਡ। ਤੋ ਹਜ਼ੂਰ ਨੇ ਅਖੀਰ ਦੇ ਬੰਦ ਵਿੱਚ ਆਖਿਆ ਆਦ ਮੱਧ ਅੰਤ ਪ੍ਰਭ ਸੋਈ। ਰੱਬ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਹਮੇਸ਼ਾ ਰਹੇਗਾ।
ਨਾਨਕ ਤਿਸ ਬਿਨ ਅਵਰ ਨਾ ਹੋਵੇ, ਕੋਈ ਨਹੀਂ। ਇਹਨੂੰ ਸਾਹਿਬ ਨੇ ਆਖਿਆ ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ, ਨਾਨਾ ਬਿਧ ਕੀਨੋ ਵਿਸਥਾਰ, ਪ੍ਰਭ ਅਬਿਨਾਸ਼ੀ ਏਕ ਅੰਕਾਰ। ਅਸਤ ਏਕ ਦਿਗਰ ਕੋਈ, ਏਕ ਤੁਈ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਮੁਬਾਰਕ ਮੁੱਖ ਵਕਤ ਦੀ ਵਿਚਾਰ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਗੇ ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਪਾਤਸ਼ਾਹ ਭਾਈ ਨਿਸ਼ਾਨ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤੀ ਹੈ। ਗੁਰੂ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼। ਜੋ ਬਚਨ ਸਤਿਗੁਰ ਨੇ ਅੱਜ ਮੁੱਖ ਵਾਕ ਰਾਹੀਂ ਸਾਨੂੰ